Hello everyone, welcome to द्रोणाचार्य IAS। अपनी लास्ट वीडियो ਦੇ ਵਿੱਚ ਪੰਜਾਬ ਰਿਆਸਤੀ ਪ੍ਰਜਾ ਮੰਡਲ ਤੋਂ ਗੱਲ ਕਰਨ ਤੋਂ ਬਾਅਦ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੀ ਫਾਰਮੇਸ਼ਨ ਦੇ ਬਾਰੇ ਤੇ ਉਹਨੂੰ ਜਾਣਨ ਤੋਂ ਪਹਿਲਾਂ ਅਸੀਂ ਕਿਹਦੇ ਬਾਰੇ ਗੱਲ ਕਰਾਂਗੇ ਬਾਉਂਡਰੀ ਕਮਿਸ਼ਨ ਦੀ। ਤਾਂ ਬਾਉਂਡਰੀ ਕਮਿਸ਼ਨ ਜੋ ਕਿ 20 ਜੂਨ 1947 ਨੂੰ ਬਣਾਇਆ ਗਿਆ ਸੀ। ਕਿਉਂ ਬਣਾਇਆ ਗਿਆ ਸੀ? ਇਹਨੂੰ ਅਪਾਇੰਟ ਕਿਹਨੇ ਕੀਤਾ ਸੀ? ਗਵਰਨਰ ਜਨਰਲ ਆਫ ਇੰਡੀਆ। ਕਿਹਦੀ ਚੇਅਰਮੈਨਸ਼ਿਪ ਦੇ ਹੇਠਾਂ? ਸਰ ਸਿਰਿਲ ਰੈਡਕਲਿਫ। ਤੇ ਚਾਰੇ ਦੇ ਵਿੱਚ ਹੋਰ ਅਦਰ ਮੈਂਬਰ ਵੀ ਸੀਗੇ। ਤੇ ਮੇਨ ਜੇ ਅਸੀਂ ਇਹਦੇ ਪਰਪਸ ਦੀ ਗੱਲ ਕਰੀਏ ਕਿ ਇਹਨੂੰ ਬਣਾਇਆ ਕਿਉਂ ਗਿਆ ਸੀ, ਕਿਉਂਕਿ ਹੁਣ ਦੋ ਨੇਸ਼ਨ ਬਣਨ ਵਾਲੇ ਸੀ ਇੰਡੀਆ ਤੇ ਪਾਕਿਸਤਾਨ। ਕਿਹਦੇ ਹੱਦ ਦੇ ਵਿੱਚ, ਕਿਹਦੇ ਹਿੱਸੇ ਦੇ ਵਿੱਚ ਕਿੰਨਾ ਏਰੀਆ ਆਏਗਾ, ਇਸ ਚੀਜ਼ ਨੂੰ ਡਿਸਾਈਡ ਕਰਨ ਦੇ ਲਈ ਇੱਕ ਬਾਉਂਡਰੀ ਲਾਈਨ ਜੋ ਹੈ ਦੋਨਾਂ ਦੇਸ਼ਾਂ ਦੇ ਵਿੱਚ ਚਾਹੀਦੀ ਸੀ। ਤਾਂ ਬਾਉਂਡਰੀ ਲਾਈਨ ਨੂੰ ਡਰਾ ਕਰਨ ਦੇ ਲਈ ਹੀ ਇਹ ਬਾਉਂਡਰੀ ਕਮਿਸ਼ਨ ਬਣਾਇਆ ਗਿਆ ਸੀਗਾ। ਤੇ ਇਸ ਬਾਉਂਡਰੀ ਕਮਿਸ਼ਨ ਨੇ ਆਪਣੀ ਰਿਪੋਰਟ ਜੋ ਹੈ ਕਦੋਂ ਸਬਮਿਟ ਕਰਤੀ ਸੀਗੀ? ਅਗਸਤ ਦੇ ਵਿੱਚ ਸਬਮਿਟ ਕਰਤੀ ਸੀ ਤੇ 17 ਅਗਸਤ 1947 ਨੂੰ ਇਹ ਚੀਜ਼ ਨੂੰ ਡਿਕਲੇਅਰ ਕਰ ਦਿੱਤਾ ਗਿਆ ਸੀ ਕਿ ਕਿਹੜਾ ਹਿੱਸਾ ਜੋ ਹੈ ਉਹ ਕਿਹੜੇ ਨੇਸ਼ਨ ਦੇ ਅੰਦਰ ਆ ਰਿਹਾ ਹੈ। ਤਾਂ ਸਾਡੇ ਲਈ ਇੰਪੋਰਟੈਂਟ ਇੱਥੇ ਕੀ ਹੈ, ਕਿਉਂਕਿ ਜਦੋਂ ਉਹ ਡਿਵੀਜ਼ਨ ਹੋਈ ਤਾਂ ਪੰਜਾਬ ਦੀ ਵੀ ਪਾਰਟੀਸ਼ਨ ਹੋਈ ਹੈ, ਪੰਜਾਬ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤੇ ਸਾਡੇ ਵੱਲ ਜੋ ਹੈ ਕਿਹੜਾ ਪੰਜਾਬ ਰਹਿ ਜਾਂਦਾ ਹੈ? ਈਸਟ ਪੰਜਾਬ। ਤਾਂ ਈਸਟ ਪੰਜਾਬ ਕਿਹੜੀਆਂ ਜਗ੍ਹਾਵਾਂ ਨੂੰ, ਕਿਹੜੇ ਏਰੀਆਜ਼ ਨੂੰ, ਕਿਹੜੇ ਰੀਜਨ ਨੂੰ ਮਿਲਾ ਕੇ ਬਣ ਰਿਹਾ ਸੀ? ਜਿਹੜੀਆਂ ਸਾਡੇ ਕੋਲ ਪਹਿਲਾਂ ਦੀਆਂ ਫਾਰਮਰ ਰਾਜ ਪ੍ਰੋਵਿੰਸਸ ਸੀਗੀਆਂ, ਠੀਕ ਹੈ। ਉਹ ਰਾਜ ਪ੍ਰੋਵਿੰਸਸ ਕਿਹੜੀ ਡਿਵੀਜ਼ਨ ਸੀ ਉਹਨਾਂ ਦੇ ਵਿੱਚ? ਅੰਬਾਲਾ ਤੇ ਜਲੰਧਰ ਡਿਵੀਜ਼ਨ ਸੀਗੀਆਂ, ਠੀਕ ਹੈ। ਤੇ ਇਹਨਾਂ ਹੀ ਡਿਵੀਜ਼ਨ ਦੇ ਵਿੱਚ ਕਿਹੜੀਆਂ ਡਿਸਟ੍ਰਿਕਟ ਆਉਂਦੀਆਂ ਨੇ? 13 ਡਿਸਟ੍ਰਿਕਟ ਆਉਂਦੀਆਂ ਨੇ। ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਲੁਧਿਆਣਾ, ਫਿਰੋਜ਼ਪੁਰ, ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਗੁੜਗਾਉਂ, ਕਾਂਗੜਾ ਤੇ ਸ਼ਿਮਲਾ। ਤੇ ਜਿਹੜੇ ਬਾਕੀ ਦੀਆਂ 8 ਸਾਡੇ ਕੋਲ ਪ੍ਰਿੰਸਲੀ ਸਟੇਟਸ ਰਹਿ ਗਈਆਂ ਸੀ ਇੰਡੀਆ ਵਾਲੀ ਸਾਈਡ ਦੇ ਵਿੱਚ, ਤਾਂ ਉਹਨਾਂ ਨੂੰ ਮਿਲਾ ਕੇ ਇੱਕ ਨਵੀਂ ਸਟੇਟ ਬਣਾ ਦਿੱਤੀ ਗਈ, ਅਲੱਗ ਤੋਂ ਇੱਕ ਸਟੇਟ ਬਣਾ ਦਿੱਤੀ ਗਈ ਜਿਹਦਾ ਨਾਮ ਦੇ ਦਿੱਤਾ ਪੈਪਸੂ। ਤਾਂ ਇਸ ਤਰੀਕੇ ਦੇ ਨਾਲ ਪਾਰਟੀਸ਼ਨ ਤੋਂ ਬਾਅਦ ਫਿਲਹਾਲ ਇਹ ਜੋ ਹੈ ਸਾਡੇ ਕੋਲ ਇੱਕ ਰੂਪ ਸੀਗਾ। ਅੱਜ ਦੇ ਪੰਜਾਬ ਦੀ ਇਹ ਗੱਲ ਨਹੀਂ ਹੋ ਰਹੀ, ਬਿਲਕੁਲ ਸਟਾਰਟਿੰਗ ਦੇ ਵਿੱਚ ਕਿ ਇੰਡੀਪੈਂਡੈਂਸ ਤੋਂ ਬਾਅਦ ਪੰਜਾਬ ਦਾ ਕਿਸ ਤਰੀਕੇ ਦਾ ਇੱਕ ਚਿਹਰਾ ਜੋ ਹੈ ਸਾਡੇ ਸਾਹਮਣੇ ਆਇਆ। ਤਾਂ ਸਾਡੇ ਵੱਲ ਈਸਟ ਪੰਜਾਬ ਰਿਹਾ ਤੇ ਈਸਟ ਪੰਜਾਬ ਦੀ ਫਾਰਮੇਸ਼ਨ ਕੁਛ ਇਸ ਤਰੀਕੇ ਦੀ ਸੀ ਜਿਹਦੇ ਵਿੱਚ ਕਿ ਰਾਜ ਪ੍ਰੋਵਿੰਸਸ ਸੀਗੀਆਂ ਤੇ ਜਿਹੜੀਆਂ ਸਾਡੇ ਕੋਲ ਪ੍ਰਿੰਸਲੀ ਸਟੇਟ ਸੀ ਉਹਨਾਂ ਨੂੰ ਕਲੱਬ ਕਰਕੇ ਇੱਕ ਸਟੇਟ ਬਣਾ ਦਿੱਤੀ ਗਈ ਜਿਹਨੂੰ ਨਾਮ ਦਿੱਤਾ ਗਿਆ ਪੈਪਸੂ। ਹੁਣ ਜੋ ਪੈਪਸੂ ਸਟੇਟ ਬਣਾਈ, ਪੈਪਸੂ ਕੀ ਹੈ? ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ, ਪੈਪਸੂ ਇਹਨੂੰ ਬਣਾਇਆ ਗਿਆ। ਤੇ ਇਹਦੇ ਵਿੱਚ ਅਸੀਂ ਹੁਣੇ ਪੜ੍ਹ ਕੇ ਹਟੇ ਹਾਂ ਕਿ 8 ਇਹਦੇ ਵਿੱਚ ਪ੍ਰਿੰਸਲੀ ਸਟੇਟਸ ਜੋ ਨੇ ਉਹ ਮਿਲ ਕੇ ਇਹ ਇੱਕ ਸਟੇਟ ਬਣਾਈ ਪੈਪਸੂ, ਜਿਹਨੂੰ ਕਿ 15 ਜੁਲਾਈ 1948 ਨੂੰ ਇਨੋਗਰੇਟ ਕੀਤਾ। ਕਿਹਨੇ ਇਨੋਗਰੇਟ ਕੀਤਾ ਸੀ? ਸਰਦਾਰ ਵੱਲਭ ਭਾਈ ਪਟੇਲ ਨੇ, ਠੀਕ ਹੈ। ਤਾਂ ਮੇਨ ਚੀਜ਼ ਕੀ ਆਂਦੀ ਕਿ ਪੈਪਸੂ ਐਕਚੁਅਲ ਦੇ ਵਿੱਚ ਕਿਵੇਂ, ਕਦੋਂ ਬਣਿਆ? 1948 ਦੇ ਵਿੱਚ ਜੋ ਹੈ ਬਣ ਗਿਆ। ਤੇ ਜਿਹੜੀਆਂ ਹੁਣ ਇਹ 8 ਪ੍ਰਿੰਸਲੀ ਸਟੇਟ ਸੀਗੀਆਂ ਇਹਨਾਂ ਨੂੰ ਵੀ ਦੋ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕੀਤਾ ਗਿਆ। 6 ਦੇ ਵਿੱਚੋਂ ਸਲਿਊਟ ਸਟੇਟ ਬਣਾਈਆਂ ਗਈਆਂ। ਉਹ ਕਿਹੜੀਆਂ ਸੀ? ਪਟਿਆਲਾ, ਜਿੰਦ, ਕਪੂਰਥਲਾ, ਨਾਭਾ, ਫਰੀਦਕੋਟ ਤੇ ਮਲੇਰਕੋਟਲਾ। ਤੇ ਸਲਿਊਟ ਸਟੇਟ ਇਹਨਾਂ ਨੂੰ ਕਿਉਂ ਕਿਹਾ ਜਾ ਰਿਹਾ ਹੈ? ਕਿਉਂਕਿ ਜਿਹੜੇ ਇੱਥੇ ਦੇ ਰੂਲਰ ਸੀਗੇ ਜਿਨ੍ਹਾਂ ਨੂੰ ਕਿ ਟਾਈਟਲ ਦਿੱਤਾ ਗਿਆ ਸੀ ਮਹਾਰਾਜੇ ਦਾ, ਤੇ ਫਰੀਦਕੋਟ ਦੇ ਰੂਲਰ ਨੂੰ ਟਾਈਟਲ ਦਿੱਤਾ ਸੀ ਰਾਜੇ ਦਾ ਤੇ ਮਲੇਰਕੋਟਲੇ ਨੂੰ ਨਵਾਬ ਦਾ। ਤਾਂ ਇਹਨਾਂ ਕੋਲ ਜਿਹੜੇ ਇਹ ਟਾਈਟਲ ਸੀ ਇਹਨਾਂ ਦੇ ਅਕੋਰਡਿੰਗ ਇਹਨਾਂ ਨੂੰ ਹੈਰੀਡਿਟਰੀ ਸਲਿਊਟ ਜੋ ਹੁੰਦਾ ਇੱਕ ਸਲਾਮੀ ਹੁੰਦੀ ਹੈ ਉਹ ਦਿੱਤੀ ਜਾਂਦੀ ਸੀ। ਤੇ ਇੱਕ ਹੋਰ ਗਰੁੱਪ ਬਣਾਇਆ ਗਿਆ, ਉਹ ਕਿਹੜਾ ਸੀ? ਨਾਨ ਸਲਿਊਟ ਸਟੇਟ। ਤਾਂ ਨਾਨ ਸਲਿਊਟ ਸਟੇਟ ਦੇ ਵਿੱਚ ਵੀ ਇਹ ਪ੍ਰਿੰਸਲੀ ਸਟੇਟਸ ਹੀ ਨਹੀਂ ਤੇ ਇਹਨਾਂ ਦੇ ਵਿੱਚ ਵੀ ਜੋ ਇਹਨਾਂ ਦਾ ਟਾਈਟਲ ਸੀਗਾ ਇੱਥੇ ਦੇ ਰੂਲਰ ਦਾ ਉਹ ਕੀ ਸੀ? ਰਾਜੇ ਦਾ ਇੱਕ ਟਾਈਟਲ ਜੋ ਹੈ ਉਹਦੇ ਕੋਲ ਸੀਗਾ, ਪਰ ਇੱਥੇ ਉਹਨਾਂ ਨੂੰ ਕੋਈ ਵੀ ਸਲਾਮੀ ਜੋ ਹੈ ਤੋਪਾਂ ਦੀ ਉਹ ਨਹੀਂ ਦਿੱਤੀ ਜਾਂਦੀ ਸੀ। ਤਾਂ ਇਸ ਕਰਕੇ ਨਾਨ ਸਲਿਊਟ ਸਟੇਟਸ ਜੋ ਹੈ ਇਹ ਦੋ ਅਲੱਗ ਬਣਾ ਦਿੱਤੀਆਂ। ਕਿਹੜੀਆਂ ਨੇ? ਕਲਸੀਆ ਤੇ ਨਾਲਾਗੜ੍ਹ। एग्जाम पॉइंट ऑफ व्यू तो पैप्सू के थोड़े जे फैक्ट जान लेंगे हैं कि पैप्सू की जो कैपिटल है वो केड़ी बनाई गई? पटियाला बनाई गई सी। ते टोटल एरिया जो है वो पैप्सू स्टेट दे विच कितना गया? 26,208 स्क्वायर किलोमीटर। दैन इहदा जो एक राज प्रमुख बनाया गया इस पैप्सू स्टेट का, वो कौन सी? यादविंदर सिंह। ते यादविंदर सिंह कौन सी? रूलर ऑफ पटियाला। तो ये सारी साडी प्री स्पैसिफिक इन्फॉर्मेशन है, फैक्चुअल इन्फॉर्मेशन। ते उप राज प्रमुख किनू बनाया गया? जगजीत सिंह नू। ते वो कौन सी? रूलर ऑफ कपूरथला। ते पहले सीएम कौन बने सी? ज्ञान सिंह राड़ेवाला। ते पहले डिप्टी सीएम कौन बने सी? ब्रिशनपान। स्टेट लैजिस्लेटिव असैंबली भी जो है इत्थे पैप्सू दे विच बनदी है। ते टोटल मैंबर इस दे विच किन्ने सीगे? 60 मैंबर स्टेट लैजिस्लेटिव असैंबली बनी। ते पहले जनरल इलैक्शन जो है इस असैंबली दे विच कदों होए सी? इस असैंबली दे लई कदों होए सी? 1952 दे विच। ते फाइनली दा रिजल्ट की सीगा उदों? पैप्सू स्टेट दे विच कांग्रेस जो है 26 सीटां दे नाल जित्ती सी
ਤੇ ਅਕਾਲੀ ਦਲ ਨੇ 19 ਸੀਟਾਂ ਜਿੱਤੀਆਂ ਸੀਗੀਆਂ। ਤੇ ਸਾਡੇ ਕੋਲ ਸਿੰਪਲ ਇੱਕ ਫੈਕਚੁਅਲ ਇਨਫੋਰਮੇਸ਼ਨ ਹੈ ਕਿ ਜੇ ਸਾਨੂੰ ਪੇਪਰ ਦੇ ਵਿੱਚ ਇਹਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਦੈਨ ਯੂ ਕੈਨ ਈਜ਼ੀਲੀ ਆਨਸਰ। ਨੈਕਸਟ ਗੱਲ ਆਉਂਦੀ ਹੈ ਪੈਪਸੂ ਦੇ ਮਰਜਰ ਦੀ, ਕਿ ਪੰਜਾਬ ਦੇ ਵਿੱਚ ਜੋ ਪੈਪਸੂ ਸਟੇਟ ਹੈ ਉਹ ਕਿਸ ਤਰੀਕੇ ਦੇ ਨਾਲ ਮਰਜ ਹੋ ਜਾਂਦੀ ਹੈ। ਦੈਟ ਮੀਨਸ ਇਕੱਠਾ ਦੋਨਾਂ ਨੂੰ ਜੋੜ ਕੇ ਇੱਕੋ ਹੀ ਸਟੇਟ ਜੋ ਹੈ ਪੰਜਾਬ ਦੀ ਬਣਾਈ ਗਈ। ਤਾਂ ਇਹਦੇ ਲਈ ਸਟੇਟਸ ਰੀਆਰਗੇਨਾਈਜੇਸ਼ਨ ਐਕਟ ਜੋ ਹੈ 1956 ਦਾ ਉਹ ਲੈ ਕੇ ਆਏ ਸੀ ਤੇ ਇਸ ਤੋਂ ਬਾਅਦ ਪੈਪਸੂ ਨੂੰ ਮਰਜ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਜੋ ਇਹ ਇੱਕ ਕਮਿਸ਼ਨ ਹੈ ਸਟੇਟਸ ਰੀਆਰਗੇਨਾਈਜੇਸ਼ਨ ਕਮਿਸ਼ਨ, ਦੁਬਾਰਾ ਹੁਣ 1957 ਦੇ ਵਿੱਚ ਨਹਿਰੂ ਨੇ ਅਪਾਇੰਟ ਕੀਤਾ ਸੀ। ਤੇ ਇਹਦਾ ਹੁਣ ਮੇਨ ਆਬਜੈਕਟਿਵ ਕੀ ਸੀਗਾ ਇਸ ਕਮਿਸ਼ਨ ਦਾ? ਸਟੇਟ ਰੀਆਰਗੇਨਾਈਜੇਸ਼ਨ ਕਮਿਸ਼ਨ ਜੋ 1953 ਦੇ ਵਿੱਚ ਅਪਾਇੰਟ ਕੀਤਾ ਗਿਆ, ਉਹਦਾ ਮੇਨ ਆਬਜੈਕਟਿਵ ਇਹੀ ਸੀਗਾ ਕਿ ਜੋ ਹੁਣ ਸਾਰੀਆਂ ਬਾਕੀ ਸਟੇਟਸ ਦੇ ਵਿੱਚ ਇੱਕ ਪੂਰਾ ਰੀਆਰਗੇਨਾਈਜੇਸ਼ਨ ਦਾ ਇੱਕ ਮੁੱਦਾ ਜੋ ਹੈ ਉੱਠਿਆ ਹੈ ਲੈਂਗੁਏਜ ਦੇ ਬੇਸਿਸ ਦੇ ਉੱਤੇ, ਤਾਂ ਉਹਨੂੰ ਐਗਜ਼ਾਮਿਨ ਕੀਤਾ ਜਾਵੇ। ਤੇ ਐਗਜ਼ਾਮਿਨ ਕਿਵੇਂ ਕਰਨਾ ਹੈ? ਆਬਜੈਕਟਿਵਲੀ ਐਂਡ ਡਿਸਪੈਸ਼ਨੇਟਲੀ। दैट मीन्स कोई भी किसी तरीके की बायसनेस जो है उस कमीशन के अंदर नहीं आनी चाहिए, कि देख परख के जो चीज़ वाजिब है उसी के अकॉर्डिंग ही रीड्रॉ जो है अगेन बाउंड्रीज में किया जाए तो रीऑर्गेनाइज स्टेट्स में किया जाए। तो इस करके ये सारिया हिदायतों के नाल ही जो स्टेट्स रीऑर्गेनाइजेशन कमीशन है वो अपनी रिपोर्ट सबमिट करती है अक्टूबर 1955, ਜਿਹਦੇ ਵਿੱਚ ਕਿ ਉਹਨੇ ਰਿਕਮੈਂਡ ਕੀਤਾ ਕਿ ਪੰਜਾਬ ਨੂੰ ਮਰਜ ਕਰ ਦਿੱਤਾ ਜਾਏ ਜਾਂ ਪੈਪਸੂ ਨੂੰ ਮਰਜ ਕਰ ਦਿੱਤਾ ਜਾਏ ਪੰਜਾਬ ਦੇ ਵਿੱਚ, ਦੋਨਾਂ ਹੀ ਸਟੇਟ ਨੂੰ ਇਕੱਠਾ ਇੱਕ ਬਣਾ ਦਿੱਤਾ ਜਾਏ ਬਜਾਏ ਕਿ ਅਲੱਗ-ਅਲੱਗ ਹੋਣ ਦੀ। ਪਰ ਵੈਸੇ ਪੰਜਾਬ ਦੀ ਡਿਮਾਂਡ ਕੀ ਆ ਰਹੀ ਸੀ ਕਿ ਪੰਜਾਬੀ ਸੂਬਾ ਜੋ ਹੈ ਉਹ ਅਲੱਗ ਤੋਂ ਬਣਾਇਆ ਜਾਏ। ਪਰ ਇਹ ਗੱਲ ਨੂੰ ਨਾ ਸੁਣਦੇ ਹੋਏ ਕਿਉਂ ਨਹੀਂ ਸੁਣਿਆ ਗਿਆ? ਕਿਉਂਕਿ ਇੱਕ ਕਲਚਰਲ ਜੋ ਵੈਲਿਊ ਸੀਗੀ ਕਿ ਮਲਟੀ ਕਲਚਰ ਇੰਡੀਆ ਹੋਣਾ ਚਾਹੀਦਾ ਹੈ, ਮਲਟੀ ਲੈਂਗੁਏਜ ਜੋ ਹੈ ਪ੍ਰੋਵਿੰਸਸ ਪਹਿਲਾਂ ਹੀ ਰਹੀਆਂ ਨੇ, ਤਾਂ ਉਸ ਚੀਜ਼ ਨੂੰ ਰਿਸਪੈਕਟ ਕਰਦੇ ਹੋਏ लैंग्वेज के बेसिस पे जो लाइन सीगियां बाउंड्री सीगियां ड्रॉ नहीं सी कीतियां गईयां। तो इस करके हुण दोबारा उन्होंने रीड्रॉ करने की बजाय या दोबारा पंजाब नूं भी दो टुकड़ियां दे विच वंडण की बजाय उन्होंने जो पंजाब ते पैपसू सीगा उन्होंने मर्ज करने की रिकमेंडेशनस दित्तियां। तो इस करके स्टेट्स रीऑर्गेनाइजेशन एक्ट आंदा है 1956 दे विच, ते एक्ट दे आउण दे नाल ही 1 नवंबर 1956 नूं पैपसू जिहड़ा सीगा वो पंजाब स्टेट दे विच मर्ज कर दिता गया। दैट मीनस जो हुण ये अलग-अलग ईस्ट पंजाब ते पैपसू नज़र आ रही सी वो हुण इकट्ठे कर दिते गए। तो डेट जो है साडे लई इत्थे इंपॉर्टेंट है कि कदों पैपसू जो है पंजाब दे विच मर्ज हो जाता है। मर्जर तो बाद दा पंजाब देखते हैं कि पंजाब 1956 तो लेके 66 तक किवें दा रहा। ਤਾਂ टोटल जे असीं दे एरिया की गल करिए तो 46,616 स्क्वायर माइल्स, ठीक है, स्क्वायर किलोमीटर नहीं स्क्वायर माइल्स दे विच दस रही हैं। दैन डिस्ट्रिक्ट ये टोटल किन्ने हो गए सी 18 डिस्ट्रिक्ट, दैट इज 13 डिस्ट्रिक्ट जो ने वो हिस्टोरिक पंजाब तो ही बिलोंग कर रहे सी, ते 5 जो ये नवे डिस्ट्रिक्ट ऐड हुए सी वो किहड़े सीगे? पैपसू दे। दैन डिविजन ये 3 डिविजनस बनिया हुण, जिमें कि जलंधर अंबाला ते एक डिविजन अलग तो बना दी गई पैपसू, ते 27 जो ने ये सब डिविजनस बनदियां ने। नैक्सट बाय कैमरल लैजिसलेचर क्रिएट कर दिता कि इत्थे असैंबली भी ते काउंसल भी दोनों क्रिएट कीतियां, ते असैंबली सीटां किन्नियां सी 186 ते लैजिसलेटिव काउंसल दे विच किन्नियां टोटल सीट सीगियां 46। तां इह जो है पंजाब दा एक रूप रहा पैपसू दे नाल मर्ज होण तो बाद दे विच। हुण देखते हैं पंजाबी सूबा मूवमेंट। पंजाबी सूबा मूवमेंट की सी? एक पोलिटिकल एजिटेशन ही सी। दैट मीनस बहुत बड़े लैवल ते एक प्रोटेस्ट होया जिन्हों कि शुरू किने कीता सीगा? अकाली दल ने। तो हुण इस मूवमेंट का जे असीं डिमांड कहिए या इहदा मेन ऑब्जेक्टिव कहिए कि की सी, क्यों यह मूवमेंट जो है दोबारा तो शुरू होंदी है? क्योंकि असीं देखिया कि ऑर्गेनाइज करन दे लई जो है अलग-अलग कमीशन बैठे, उन्होंने हर एक चीज़ नूं देखिया, पर लैंग्वेज के बेसिस के उत्ते कोई भी डिविजन जो है पंजाब की नहीं सी कीती गई। तो डिमांड हुण इत्थे की सीगी कि पंजाबी सूबा बनाया जाए। पंजाबी सूबे का मतलब की हो गया? पंजाबी स्पीकिंग स्टेट बनाई जाए जिथे कि सिर्फ तो सिर्फ पंजाबी बोलने वाले ही लोग होण। हुण एवें दी डिमांड सामने आई क्यों? इहदे पिछे कारण की सी? तो कारण इहदे विच सब तो इंपॉर्टेंट जे असीं देखिए तो 3 मेन इंपॉर्टेंट कारण सी। सब तो पहला है डेमोग्राफिक चेंज, कि जदों इंडिया की पार्टीशन हुंदी है दैट मीनस इंडिया एक अलग नेशन बनिया ते पाकिस्तान एक अलग नेशन बन गया, तो ये करके ही पंजाब की भी पार्टीशन हुई। तो पंजाब की पार्टीशन तो बाद एक डेमोग्राफिक चेंज आया। दैट मीनस जो एक कंसोलीडेटेड पंजाब सीगा उहदे विच सिख जो सीगे एक माइनॉरिटी पॉपूलेशन सी, पर हुण पार्टीशनड पंजाब दे विच इस पंजाब दे विच जो सिख सीगे वो मेजोरिटी पॉपूलेशन जिहड़ी हैगी वो बन गई सी। तो मेजोरिटी पॉपूलेशन बनन तो बाद
उसने इस चीज़ ਨੂੰ फील किया कि जे हुण ਪੈਪਸੂ वाले रीजन जो है वो सारे साडे अंदर फिलहाल इन्होंने मर्ज कर देने ने ਉਹਦੇ बारे जो है वो गल्लां बातां चल रही हैं ਤਾਂ ਇਹਦੇ ਨਾਲ ਹੋਏਗਾ ਕਿ ਇਹ ਇੱਕ ਟ੍ਰਾਇਲਿੰਗੁਅਲ ਸਟੇਟ ਜੋ ਹੈ ਬਣ ਜਾਏਗੀ ਤੇ ਅਸੀਂ ਦੇਖਿਆ ਵੀ ਕਿ 56 ਦੀ ਮਰਜਰ ਤੋਂ ਬਾਅਦ ਜੋ ਹੈ ਸਾਰੀ ਹੀ ਲੈਂਗੁਏजेस ਹਿੰਦੀ ਪੰਜਾਬੀ ਤੇ ਪਹਾੜੀ ਤਿੰਨੋਂ ਲੈਂਗੁਏजेस ਦੇ ਲੋਕ ਜੋ ਹੈ ਉੱਥੇ ਰਹਿ ਰਹੇ ਸੀ ਇੱਕ ਟ੍ਰਾਇਲਿੰਗੁਅਲ ਸਟੇਟ ਜੋ ਹੈ ਉਹ ਬਣ ਕੇ ਰਹਿੰਦੀ ਹੈ 66 ਤੱਕ ਤਾਂ ਇਸੇ ਕਰਕੇ ਐਜੀਟੇਸ਼ਨ ਹਾਲਾਂਕਿ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਜਦੋਂ ਇਹ ਵਰਡਿਕਟ ਆਂਦਾ ਹੈ ਮਰਜਰ ਦੇ ਬਾਰੇ ਜਦੋਂ ਗੱਲ ਆਂਦੀ ਹੈ ਉਸ ਤੋਂ ਪਹਿਲਾਂ ਹੀ ਇਹ ਮੂਵਮੈਂਟ ਜੋ ਹੈ ਸ਼ੁਰੂ ਹੋ ਚੁੱਕੀ ਸੀ ਦੈਟ ਮੀਨਸ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਡਿਮਾਂਡ ਜੋ ਹੈ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਤਾਂ ਹੁਣ ਉਹ ਡੈਮੋਗ੍ਰਾਫਿਕ ਜੋ ਹੈ ਚੇਂਜ ਹੋਇਆ ਉਹਨਾਂ ਨੂੰ ਇਹ ਸੀ ਕਿ ਦੁਬਾਰਾ ਤੋਂ ਜੇ ਅਸੀਂ ਆਪਣੇ ਆਪ ਨੂੰ ਕੰਸੋਲੀਡੇਟ ਕਰਨਾ ਹੈ ਆਪਣੀ ਹੋਂਦ ਨੂੰ ਬਣਾਈ ਰੱਖਣਾ ਹੈ ਤਾਂ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਆਪਣੀ ਇੱਕ ਅਲੱਗ ਤੋਂ ਸਟੇਟ ਹੋਵੇ ਦੂਜਾ ਇਹਦੇ ਵਿੱਚ ਕਾਰਨ ਕੀ ਸੀਗਾ ਕਿ ਉਹ ਇੱਕ ਜੋ ਉਹਨਾਂ ਨੇ ਹੁਣ ਤੱਕ ਸਿੱਖ ਪੋਲੀਟੀਕਲ ਸਟੇਟਸ ਜਿਹੜਾ ਸੀਗਾ ਇੱਕ ਅਲੱਗ ਸਿੱਖ ਪੋਲੀਟੀਕਲ ਸਟੇਟਸ ਉਹਨੂੰ ਸਿਕਿਉਰ ਕਰਨਾ ਚਾਹੁੰਦੇ ਸੀ ਸਿੱਖ ਪੋਲੀਟੀਕਲ ਸਟੇਟਸ ਉਹ ਕਿਉਂ ਅਚੀਵ ਕਰਨਾ ਚਾਹੁੰਦੇ ਸੀ ਅਗੇਨ ਉਹਦੇ ਪਿੱਛੇ ਜੋ ਹੈ ਰੀਜ਼ਨ ਇਹੀ ਰਿਹਾ ਕਿ ਆਪਣੇ ਵਜੂਦ ਨੂੰ ਕਾਇਮ ਰੱਖਣਾ ਆਪਣੀ ਹੋਂਦ ਨੂੰ ਬਣਾਏ ਰੱਖਣਾ ਤਾਂ ਆਪਣੀ ਹੋਂਦ ਨੂੰ ਬਣਾਏ ਰੱਖਣ ਦੇ ਲਈ ਉਹਨਾਂ ਨੇ ਦੇਖਿਆ ਕਿ ਇੱਕ ਟੈਰੀਟੋਰੀਅਲ ਯੂਨਿਟ ਜ਼ਰੂਰ ਹੋਣੀ ਚਾਹੀਦੀ ਹੈ ਜਿੱਥੇ ਸਾਡਾ ਰਾਜ ਹੋਏ ਤੇ ਇਹਨਾਂ ਨੂੰ ਇਹ ਇਨਸਪੀਰੇਸ਼ਨ ਕਿਤੇ ਨਾ ਕਿਤੇ ਖਾਲਸਾ ਸਥਾਪਨਾ ਤੋਂ ਵੀ ਮਿਲਦੀ ਸੀ ਕਿ ਜਿੱਥੇ ਗੁਰੂ ਜੀ ਨੇ ਖਾਲਸਾ ਪੰਥ ਨੂੰ ਸਜਾਇਆ ਤੇ ਇੱਕ ਖਾਲਸੇ ਰਾਜ ਦੀ ਜੋ ਹੈ ਕਲਪਨਾ ਕੀਤੀ ਸੀ ਤਾਂ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਹੁਣ ਅਸੀਂ ਖਾਲਸੇ ਰਾਜ ਨੂੰ ਜੋ ਹੈ ਸਥਾਪਿਤ ਕਰਨਾ ਹੈ ਤਾਂ ਉਹਦੇ ਲਈ ਇੱਕ ਪੰਜਾਬੀ ਸੂਬਾ ਹੋਣਾ ਪੰਜਾਬੀ ਸਪੀਕਿੰਗ ਸਟੇਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਥਰਡ ਚੀਜ਼ ਇਹਦੇ ਵਿੱਚ ਕੀ ਆਉਂਦੀ ਹੈ ਕਿ ਆਰਿਆ ਸਮਾਜ ਤੇ ਹਿੰਦੂ ਮਹਾਸਭਾ ਜੋ ਕਿ ਦੋਨੋਂ ਹੀ ਇੱਕ ਇੰਪੋਰਟੈਂਟ ਉਹਨਾਂ ਨੇ ਰੋਲ ਪਲੇ ਕੀਤਾ ਹੈ ਮੂਵਮੈਂਟ ਨੂੰ ਇਗਨਾਈਟ ਕਰਨ ਦੇ ਲਈ ਹਾਲਾਂਕਿ ਇਹ ਹੈਲਪ ਦੇ ਵਿੱਚ ਨਹੀਂ ਸੀ ਰੋਲ ਕਿਵੇਂ ਪਲੇ ਕੀਤਾ ਉਹਨਾਂ ਨੂੰ ਹੋਰ ਜ਼ਿਆਦਾ ਉਕਸਾਉਣ ਦੇ ਲਈ ਕਿ ਉਹ ਦੁਬਾਰਾ ਤੋਂ ਪੰਜਾਬੀ ਸਪੀਕਿੰਗ ਸਟੇਟ ਦੀ ਡਿਮਾਂਡ ਕਰਨ ਹੁਣ ਆਰਿਆ ਸਮਾਜ ਹੋ ਗਏ ਹਿੰਦੂ ਸਮਾਜ ਸਭਾ ਹੋ ਗਈ ਇਹਨਾਂ ਸਾਰਿਆਂ ਨੇ ਕੀ ਕੀਤਾ ਕਿ ਇਹ ਪੰਜਾਬੀ ਨੂੰ ਹੁਣ ਪ੍ਰੈਫਰੈਂਸ ਦੇਣ ਦੇ ਲਈ ਰੈਡੀ ਨਹੀਂ ਸੀ ਇਸ ਚੀਜ਼ ਦੇ ਬਿਲਕੁਲ ਫੇਵਰ ਦੇ ਵਿੱਚ ਨਹੀਂ ਸੀਗੇ ਕਿ ਸਕੂਲਾਂ ਦੇ ਵਿੱਚ ਜੋ ਮੀਡੀਅਮ ਆਫ ਇੰਸਟਰਕਸ਼ਨ ਹੈ ਉਹ ਕੀ ਹੋਣਾ ਚਾਹੀਦਾ ਹੈ ਉਹ ਪੰਜਾਬੀ ਹੋਣਾ ਚਾਹੀਦਾ ਹੈ ਇਹਨਾਂ ਦਾ ਕਹਿਣਾ ਸੀ ਕਿ ਮੀਡੀਅਮ ਆਫ ਇੰਸਟਰਕਸ਼ਨ ਹਿੰਦੀ ਹੀ ਰਹੇ ਈਵਨ ਕਿ ਬਹੁਤ ਜ਼ਿਆਦਾ ਇਹਨਾਂ ਨੇ ਮਿਊਨਿਸਪਲ ਕਮੇਟੀਜ਼ ਨੂੰ ਕਹਿ ਕੇ ਜਿਵੇਂ ਕਿ ਜਲੰਧਰ ਦੀ ਕੁਝ ਮਿਊਨਿਸਪਲ ਕਮੇਟੀ ਸੀਗੀਆਂ ਉਹਨਾਂ ਨੂੰ ਕਹਿ ਕੇ ਸਾਰੇ ਸਕੂਲਾਂ ਦੇ ਵਿੱਚ ਜੋ ਮੇਨ ਮੀਡੀਅਮ ਆਫ ਇੰਸਟਰਕਸ਼ਨ ਸੀ ਉਹ ਕੀ ਰਖਵਾ ਦਿੱਤਾ ਹਿੰਦੀ ਕਰ ਦਿੱਤਾ ਤੇ ਇਵਨ ਕਿ ਜੋ ਪੰਜਾਬ ਯੂਨੀਵਰਸਿਟੀ ਸੀਗੀ ਉਹਨੇ ਵੀ ਰਿਫਿਊਜ਼ ਕਰਤਾ ਸੀ ਕਿ ਅਸੀਂ ਪੰਜਾਬੀ ਨੂੰ ਕਿਸੇ ਵੀ ਸਕ੍ਰਿਪਟ ਦੇ ਵਿੱਚ ਯੂਜ਼ ਨਹੀਂ ਕਰਾਂਗੇ ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਅਕਾਲੀ ਦਲ ਨੇ ਫੀਲ ਕੀਤਾ ਮਹਿਸੂਸ ਕੀਤਾ ਕਿ ਹੁਣ ਜੋ ਸਾਡੀ ਹੋਂਦ ਹੈ ਉਹ ਕੱਲ ਨੂੰ ਦੁਬਾਰਾ ਕੱਟ ਸਕਦੀ ਹੈ ਹੁਣ ਜੇ ਅਸੀਂ ਮੈਜੋਰਿਟੀ ਦੇ ਵਿੱਚ ਆਏ ਹਾਂ ਤਾਂ ਕੱਲ ਨੂੰ ਦੁਬਾਰਾ ਅਸੀਂ ਮਾਈਨੋਰਿਟੀ 'ਚ ਚੱਲਾਂਗੇ ਤਾਂ ਇੱਕ ਇੰਪੋਰਟੈਂਟ ਹੋਰ ਚੀਜ਼ ਇੱਥੇ ਕੀ ਸੀਗੀ ਉਹਨਾਂ ਨੇ ਦੇਖਿਆ ਕਿ ਅਸੀਂ ਆਪਣੇ ਰੀਜਨ ਦੇ ਵਿੱਚ ਤਾਂ ਮੈਜੋਰਿਟੀ 'ਚ ਹੈਗੇ ਹਾਂ ਪਰ ਅਸੀਂ ਜੇ ਇੰਡੀਆ ਦੇ ਕੰਟੈਕਸਟ 'ਚ ਦੇਖੀਏ ਇੰਡੀਆ ਦੇ ਵਿੱਚ ਸਿੱਖ ਹਲੇ ਵੀ ਮਾਈਨੋਰਿਟੀ ਦੇ ਵਿੱਚ ਨੇ ਤਾਂ ਇਸ ਕਰਕੇ ਸਾਨੂੰ ਖੁਦ ਨੂੰ ਬਚਾਉਣ ਦੇ ਲਈ ਆਪਣਾ ਸਾਡੇ ਕੋਲ ਇੱਕ ਅਲੱਗ ਤੋਂ ਸਟੇਟ ਚਾਹੀਦੀ ਹੈ ਪੰਜਾਬੀ ਸੂਬਾ ਚਾਹੀਦਾ ਹੈ ਜਿੱਥੇ ਪੰਜਾਬੀ ਬੋਲਣ ਵਾਲੇ ਲੋਕੀ ਜੋ ਹੈ ਰਹਿੰਦੇ ਹੋਣ ਤਾਂ ਲੈਂਗੁਏਜ ਦੇ ਬੇਸਿਸ ਤੇ ਉਹ ਚਾਹੁੰਦੇ ਸੀਗੇ ਕਿ ਸਾਡੇ ਪੰਜਾਬ ਦੀ ਡਿਵੀਜ਼ਨ ਜੋ ਹੈ ਕੀਤੀ ਜਾਏ ਉਹਨੂੰ ਰੀਆਰਗੇਨਾਈਜ਼ ਕੀਤਾ ਜਾਏ ਤਾਂ ਇਹੀ ਕੁਝ ਕਾਰਨਾਂ ਕਰਕੇ ਜੋ ਹੈ ਪੰਜਾਬੀ ਸੂਬਾ ਮੂਵਮੈਂਟ ਸ਼ੁਰੂ ਹੁੰਦੀ ਹੈ ਤੇ ਅੰਤ ਤੱਕ ਜੋ ਹੈ ਉਹ ਲੜਦੀ ਹੈ ਆਪਣੇ ਇਸ ਹੱਕ ਦੇ ਲਈ ਆਪਣੇ ਪੰਜਾਬੀ ਸੂਬੇ ਦੇ ਲਈ ਸਭ ਤੋਂ ਪਹਿਲਾਂ ਜੋ ਪੰਜਾਬੀ ਸੂਬੇ ਦੀ ਇੱਕ ਡਿਮਾਂਡ ਸੀਗੀ ਉਹਨੂੰ ਪ੍ਰੈਜ਼ੈਂਟ ਕਿਹਨੇ ਕੀਤਾ ਸੀਗਾ ਮਾਸਟਰ ਤਾਰਾ ਸਿੰਘ ਠੀਕ ਹੈ ਮਾਸਟਰ ਤਾਰਾ ਸਿੰਘ ਬਾਰੇ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਆਪਣੀ ਪੰਜਾਬ ਰਿਆਸਤੀ ਪ੍ਰਜਾ ਮੰਡਲ ਸੀਗੇ ਉੱਥੇ ਵੀ ਵੱਧ ਚੜ੍ਹ ਕੇ ਐਜੀਟੇਸ਼ਨਸ ਕੀਤੀਆਂ ਸੀਗੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜੋ ਮਾਸਟਰ ਤਾਰਾ ਸਿੰਘ ਸੀਗੇ ਉਹਨਾਂ ਨੇ ਅਪ੍ਰੈਲ 1948 ਨੂੰ ਜੋ ਪੰਜਾਬੀ ਸੂਬੇ ਦੀ ਜੋ ਡਿਮਾਂਡ ਸੀ ਸਭ ਤੋਂ ਪਹਿਲਾਂ ਮੂਹਰੇ ਰੱਖੀ ਸੀ ਤੇ ਉਸ ਤੋਂ ਬਾਅਦ ਅਕਤੂਬਰ 1948 ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹਨੇ ਵੀ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ ਪੰਜਾਬੀ ਸੂਬੇ ਦੇ ਫੇਵਰ ਦੇ ਵਿੱਚ ਦੈਟ ਮੀਨਸ ਉਹ ਵੀ ਇਸ ਚੀਜ਼ ਤੋਂ ਰਾਜ਼ੀ ਸੀ ਕਿ ਪੰਜਾਬੀ ਸੂਬਾ ਜੋ ਹੈ ਉਹ ਬਣਨਾ ਚਾਹੀਦਾ ਹੈ ਤਾਂ ਇੱਥੇ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਜਾਰੀ ਕਰ ਦਿੱਤਾ ਦੈਨ ਉਸ ਤੋਂ ਬਾਅਦ ਇੱਕ ਸੱਚਰ ਫਾਰਮੂਲਾ ਆਉਂਦਾ ਹੈ ਸੱਚਰ ਫਾਰਮੂਲਾ ਕੀ ਸੀਗਾ ਕਿ ਇਹ ਉਦੋਂ ਜਦੋਂ ਪੰਜਾਬ ਦੇ ਜੋ ਸੀਐਮ ਸੀਗੇ ਭੀਮ ਸੈਨ ਸੱਚਰ ਤਾਂ ਉਹਨਾਂ ਨੇ ਇਹ ਪ੍ਰਪੋਜ਼ਲ ਦਿੱਤਾ ਸੀ ਤਾਂ ਪ੍ਰਪੋਜ਼ਲ ਕੀ ਸੀਗਾ ਉਹਨਾਂ ਨੇ ਕਿਹਾ ਕਿ ਇੱਕ ਲੈਂਗੁਏਜ ਰੱਖਣ ਦੀ ਬਜਾਏ ਅਸੀਂ ਕੋਈ ਇੱਕ ਬਾਇਲਿੰਗੁਅਲ ਅਰੇਂਜਮੈਂਟ ਵੀ ਕਰ ਸਕਦੇ ਹਾਂ ਕਿ ਜਿੱਥੇ ਦੋਨੋਂ ਹੀ ਧਿਰ ਹਿੰਦੀ ਬੋਲਣ ਵਾਲੇ ਵੀ ਤੇ ਪੰਜਾਬੀ ਬੋਲਣ ਵਾਲੇ ਵੀ ਇਕੱਠੇ ਵੀ ਰਹਿ ਸਕਣਗੇ ਤੇ ਜੋ ਉਹਨਾਂ ਦੀ ਡਿਮਾਂਡਸ ਨੇ ਉਹ ਫੁੱਲਫਿਲ ਵੀ ਹੋ ਜਾਣਗੀਆਂ ਤਾਂ ਇਹਨਾਂ ਨੇ ਕੀ ਪ੍ਰਪੋਜ਼ ਕੀਤਾ ਕਿ ਦੋਨੋਂ ਹੀ ਪੰਜਾਬੀ ਤੇ ਹਿੰਦੀ ਜੋ ਹੈ ਅਸੀਂ ਇਹਨੂੰ ਮੀਡੀਅਮ ਆਫ ਇੰਸਟਰਕਸ਼ਨਸ ਰੱਖਾਂਗੇ ਸਕੂਲਾਂ ਦੇ ਵਿੱਚ ਕੀ ਕਰਕੇ ਏਰੀਆਜ਼ ਨੂੰ ਅਸੀਂ ਡੀਮਾਰਕੇਟ ਕਰ ਲਾਂਗੇ ਤੇ ਇੱਕ ਏਰੀਆ ਨੂੰ ਅਸੀਂ ਕਹਿ ਦਾਂਗੇ ਕਿ ਪੰਜਾਬੀ ਜ਼ੋਨ ਹੈ ਤੇ ਦੂਜੇ ਏਰੀਆ ਨੂੰ ਅਸੀਂ ਕਹਿ ਦਾਂਗੇ ਕਿ ਹਿੰਦੀ ਜ਼ੋਨ ਹੈ ਤਾਂ ਪੰਜਾਬੀ ਜ਼ੋਨ ਦੇ ਵਿੱਚ ਅਸੀਂ ਇੰਸਟਰਕਸ਼ਨਸ ਜਿਹੜੀਆਂ ਨੇ ਉਹ ਰੱਖਾਂਗੇ ਪੰਜਾਬੀ ਦੇ ਵਿੱਚ ਜਿਹੜਾ ਹਿੰਦੀ ਜ਼ੋਨ ਹੋਏਗਾ ਉੱਥੇ ਇੰਸਟਰਕਸ਼ਨ ਰੱਖਾਂਗੇ ਹਿੰਦੀ ਦੇ ਵਿੱਚ
पर दोनों ही जोन दे विच क्योंकि हिंदी ते पंजाबी इक्वली हुण इंपॉर्टेंट है तां 8th तो बाद पंजाबी जोन दे विच हिंदी भी नाल पढ़ाई जाएगी ते हिंदी जोन दे विच 8th तो बाद पंजाबी भी नाल कंपलसरी पढ़ाई जाएगी। पर अकाली दल ने इस फॉर्मूले नूं भी जो है वो पूरे तरीके दे नाल टर्न डाउन कर दिता, दैट मीनस उन्होंने नहीं मन्निया ते वो अपनी उसी डिमांड के उत्ते अड़े रहे ते डटे रहे कि असीं जो है इस तरीके दे नाल पंजाबी जोन या हिंदी जोन जो है वो नहीं बनाना चाहते। तो साडी जो डिमांड हैगी है एक कि पूरा अलग तो पंजाबी सूबा बनाया जाए सिर्फ और सिर्फ पंजाबी बोलण वाले लोगों का, तो उही बनना चाहिए। ਤੇ 1955 ਦਾ ਸਲੋਗਨ ਐਜੀਟੇਸ਼ਨ ਵੀ ਹੋਇਆ, ਇਹਦੇ ਨਾਲ ਹੀ ਸੂਬਾ ਮੂਵਮੈਂਟ ਜੋ ਹੈ ਜਿਹੜੀ ਸ਼ੁਰੂ ਹੋਈ ਹੈ ਤਾਂ ਉਹਦਾ ਇਹ ਹਿੱਸਾ ਹੈ, ਉਹਦਾ ਪਾਰਟ ਹੈ। ਤਾਂ ਜਿਵੇਂ ਅਸੀਂ ਦੇਖਿਆ ਕਿ 53 ਦੇ ਵਿੱਚ ਜੋ ਹੈ ਕਮਿਸ਼ਨ ਐਸਟੈਬਲਿਸ਼ ਕਰ ਦਿੱਤਾ ਗਿਆ ਸੀ, ਰੀਆਰਗੇਨਾਈਜੇਸ਼ਨ ਕਮਿਸ਼ਨ ਜੋ ਹੈ ਬਣਾ ਦਿੱਤਾ ਗਿਆ ਸੀਗਾ ਦੁਬਾਰਾ ਤੋਂ ਰੀਆਰਗੇਨਾਈਜ਼ ਕਰਨ ਦੇ ਲਈ ਸਟੇਟਸ ਨੂੰ। ਤੇ ਜਦੋਂ ਉਹਨੇ ਆਪਣਾ ਫਾਈਨਲ ਵਰਡਿਕਟ ਜੋ ਹੈ ਉਹ ਦਿੱਤਾ ਤੇ ਕਿਹਾ ਪੰਜਾਬ ਤੇ ਪੈਪਸੂ ਜੋ ਹੈ ਦੋਨਾਂ ਨੂੰ ਮਰਜ ਕਰ ਦੇਣਾ ਚਾਹੀਦਾ ਹੈ, ਤਾਂ ਉਦੋਂ ਹੁਣ ਦੁਬਾਰਾ ਜੋ ਹੈ ਇੱਥੇ ਉਸੇ ਕਮਿਸ਼ਨ ਦੇ ਅਗੇਂਸਟ ਜੋ ਹੈ फिर तो एजिटेशन जो है पंजाब दे विच शुरू होंदी है। पंजाबी सूबा स्लोगन एजिटेशन जो है ना किया जाता, जो कि 1955 दे विच स्टार्ट हो जाती है। तो उदों ही जिमें ही इन्होंने ये स्लोगन एजिटेशन शुरू किया, दैट मीनस नारेबाजी जो है इत्थे करनी शुरू कर दी गई किहदे हक दे विच, पंजाबी सूबे के हक दे विच। तां फिर उदों जो पंजाब कांग्रेस सीगी उस टाइम दे विच 1955 दे विच उन्होंने इस चीज़ नूं बैन करता कि कोई भी पंजाबी सूबे के जो नारे ने वो नहीं लगाएगा, स्लोगनस नूं नहीं बोलेगा। तो इसी चीज़ के दौरान ही क्योंकि जो उन्होंने बैन किया तो नाल ही सारे के सारे ये अकाली दलों ने कांग्रेस ने एक तरीके दे नाल वार्निंग दी कि या तो साडे उत्तों ये बैन हटाया जाए, नहीं तो असीं तुहाडे अगेंस्ट प्रोटेस्ट करांगे। तो उही चीज़ हुई, उन्होंने बैन नहीं हटाया तो इन्होंने बहुत ज़्यादा स्ट्रोंगली एजिटेट किया। तो उसी चीज़ के वजों ही तारा सिंह नूं गिरफ्तार कर लिता गया ते नाल उन्हां दे होर जिन्ने भी लोग सीगे सारियां नूं अरेस्ट किया गया। क्यों अरेस्ट किया गया? क्योंकि सारे पंजाबी सूबे दे लई नारे लगा रहे सी जो कि कांग्रेस गवर्नमेंट ने बैन कर दिते सी। तो इसी तरीके दे नाल ये चीज़ जो है वो कंटीन्यूसली चलती रही तो जुलाई तक आंदे आंदे तकरीबन 21,000 जो अकाली सीगे उन्हां नूं फड़ लिता गया, उन्हां नूं जेल दे विच पा दिता गया। तो क्यों पाया? क्योंकि हुण कांग्रेस इत्थे की कोशिश कर रही थी कि जिहड़ी ये मूवमेंट अगे अगे वधदी जा रही है, जो पंजाबी सूबा मूवमेंट वधदी जा रही है, उन्होंने कंट्रोल करन दा उहदा ये मेजर सी कि सिर्फ उन्हां दे लीडर्स नूं फड़ो ते उन्हां दे लीडर्स नूं फड़ के जेल दे विच पाओ। तो इस तरीके दे नाल स्लोगन एजिटेशन जो है ये चीज़ भी हुंदी है पंजाबी सूबे दे हक दे विच। ਤੇ ਹੁਣ ਫਾਈਨਲੀ ਗੱਲ ਆਂਦੀ है ਅੱਜ ਦੇ ਪੰਜਾਬ ਦੀ ਫਾਰਮੇਸ਼ਨ ਦੀ, क्योंकि कंटिन्यूसली ये पंजाबी सूबा मूवमेंट चलती रही बट फिर भी 1956 ਦੇ ਵਿੱਚ जो है वो ਪੈਪਸੂ ਤੇ ਪੰਜਾਬ ਦਾ ਮਰਜਰ ਹੋਇਆ। ਤੇ ਹੁਣ ਜਿਵੇਂ ਕੰਟੀਨਿਊਸਲੀ ਉਹ ਡਿਮਾਂਡ ਕਰਦੇ ਰਹੇ ਤੇ ਫਾਈਨਲੀ 1966 ਦੇ ਵਿੱਚ ਇੰਦਰਾ ਗਾਂਧੀ ਜੋ ਹੈ ਉਸ ਟਾਈਮ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਸੀ तो वो मन जाते हैं कि पंजाब की डिवीजन जो है वो दो असी पार्ट्स के कर दें, उन्होंने दो पार्ट्स के डिवाइड कर दिता जाएगा। किहड़े दो पार्ट्स के पंजाबी एंड हिंदी स्पीकिंग स्टेट्स जो ने वो बना दित्तियां जाणगियां। पंजाबी स्पीकिंग स्टेट बना दी जाएगी पंजाब की ते हिंदी स्पीकिंग स्टेट जो है बना दी जाएगी हरियाणे की। ते नाल असीं एक थर्ड लैंगुएज भी देखी सी पहाड़ी, ते पहाड़ी स्पीकिंग डिस्ट्रिक्ट जो सीगे कांगड़ा दियां ते कुछ पार्ट सीगा हुशियारपुर डिस्ट्रिक्ट दे ते इन्हां नूं मिला के जो है किहदे विच पा दिता गया हिमाचल प्रदेश दे विच। तो इस तरीके दे नाल दोबारा तो रीऑर्गेनाइज करने की गल जो है 1966 दे विच आई है। पर हुण मेन सोचण वाली गल जो इत्थे की है कि हुण तक जदों कंटीन्यूसली एजिटेट कर रहे सी कि साडा पंजाबी सूबा बना दिता जाए, पंजाबी स्पीकिंग स्टेट लग तो बना दी जाए, उदों ना सुन के हुण अचानक जे इवें दी किहड़ी चीज़ां होईयां जिस दी वजह तो सरकार ने उन्हां दी इह गल सुनी ते लैंगुएज दे बेसिस दे यह पंजाब दी डिवीजन हुंदी है या उहदी रीऑर्गेनाइजेशन हुंदी है। तो उहदे पिछे मेन इंपॉर्टेंट रीजन की सीगे कि जदों इंडो चाइना वार हुंदी है 1962 दे विच तां उदों पंजाबियां ने मीनस पंजाब स्टेट दे विच जिन्ने भी सिख सीगे सारियां ने वध चढ़ के हिस्सा लिता। हिस्सा किवें लिता? उन्होंने पैसा दिता। जो एक डिफेंस फंड जो है क्रिएट किया गया सी उहदे विच तकरीबन 20 मिलियन रुपीज़ जो है 20 मिलियन रुपीज़ उहदे विच कॉन्ट्रीब्यूट किते ते इन्हां नूं लोकां नूं इनकरेज किहने कीता सी करन दे लई? अकालीआं ने इनकरेज कीता सी। ते इह उही अकाली सी जो डिमांड कर रहे सी पंजाबी सूबे दी। ते दूजी होर चीज़ की हुई, इंडो पाकिस्तान वॉर भी होया 1965 दे विच ते इत्थे भी की होया एक जो पैट्रोइटिज्म है, क्योंकि हुण तक समझा जा रहा सी कि यह एंटी नैशनल नहीं कि सिर्फ अपने बारे सोचते नहीं, बट ये वॉर्स दे विच उन्होंने रिप्रजेंट किया, डेमोनस्ट्रेट किया कि पैट्रोइटिज्म जो है उन्होंने झलक के बाहर आई
ठीक है, कि अपने देश के प्रति जो उन्होंने एक रिस्पोंसिबिलिटी बनती है वो चीज़ सरकार नूं दिखाई दिती। तो देखने तो बाद ही उन्होंने कोशिश की कि सानू दोबारा रीविजिट करना चाहिए है पंजाबी सूबा जो इशू है, जो ये मसला है, मुद्दा है, इनू दोबारा देखना चाहिए। क्यों देखना चाहिए है? क्योंकि सिखा ने बहुत ज़्यादा कॉन्ट्रीब्यूट किया है इन्हां वॉर टाइम दे विच, साडी बहुत ज़्यादा हेल्प की है, इस करके वो एंटी नैशनल नहीं है। तो इसी चीज़ को ही कंसिडर करते हुए फिर पंजाब रीऑर्गेनाइजेशन एक्ट लेके आया गया 1966 दे विच, जिन्हों कि 18 सितंबर नूं जो है लोक सभा दे विच पास करके 1 नवंबर 1966 दे विच एक पंजाबी स्पीकिंग स्टेट जो है दैट इज़ पंजाब उदी फॉर्मेशन हो जाती है। हुण तक जो इन्ना ज़्यादा स्ट्रगल करते आए, हुण तक जो इन्ना ज़्यादा लड़ते आए पंजाबी स्पीकिंग स्टेट बनाने के लिए, फाइनली 1966 दे विच जो साडा अज दा पंजाब है वो बन जाता है। तो इसी फॉर्मेशन की गल तो इसे दे नाल ही साडी जो सीरीज़ हिस्टरी की चल रही सी पंजाब जीके दे विच कंप्लीट हुंदी है पंजाब की फॉर्मेशन तो बाद। तो हुण असीं इसकी फॉर्मेशन तो बाद गल करांगे इहदे एडमिनिस्ट्रेटिव स्ट्रक्चर के बारे, इहदे सॉइल्स के बारे, इहदे फॉरेस्ट के बारे। दैट मीनस कंप्लीट जोग्राफी जो है हुण असीं आने वाली वीडियोज़ दे विच गल करांगे। थैंक यू।